ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟੀਟਰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਕਿ ਉਦਯੋਗੀਕਰਨ ਦੇ ਵੱਡੇ ਉਦਯੋਗਾਂ ਦਾ ਉਦਯੋਗੀਕਰਨ ਵਿੱਚ ਕੀ ਯੋਗਦਾਨ ਹੈ, ਕੀ ਇੰਪੋਰਟੈਂਸ ਹੈ ਵੱਡੇ ਲਾਰਜ ਸਕੇਲ ਇੰਡਸਟਰੀ ਦਾ। ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਕੌਜ਼ਿਜ਼ ਆਫ ਸਲੋ ਪ੍ਰੋਗਰੈਸ, ਯਾਨੀ ਕਿ ਇੰਡਸਟਰੀ ਦਾ, ਉਦਯੋਗਾਂ ਦਾ ਦੇਸ਼ ਦੇ ਵਿੱਚ ਇਹਦਾ ਗਤੀ ਜਿਹੜੀ ਹੈ ਉਹ ਸਲੋ ਕਿਉਂ ਹੈ। ਠੀਕ ਹੈ ਜੀ, ਤਾਂ ਚਲੋ ਬਿਨਾਂ ਟਾਈਮ ਵੇਸਟ ਕੀਏ ਸਟਾਰਟ ਕਰਦੇ ਹਾਂ। ਕੋਜ਼ ਆਫ ਸਲੋ ਪ੍ਰੋਗਰੈਸ ਆਫ ਇੰਡਸਟਰੀਅਲ ਡਿਵੈਲਪਮੈਂਟ ਆਫ ਦੀ ਕੰਟਰੀ। ਭਾਰਤ ਦਾ ਸੰਚਾਰ ਦੇ ਉਦਯੋਗਿਕ ਦੇਸ਼ਾਂ ਵਿੱਚ ਬੇਸ਼ੱਕ 10ਵਾਂ ਸਥਾਨ ਹੈ, ਪਰ ਫਿਰ ਵੀ ਭਾਰਤ ਦੇ ਵਿੱਚ ਉਦਯੋਗਿਕ ਵਿਕਾਸ ਜਿਹੜਾ ਹੈ ਉਹ ਜ਼ਿਆਦਾ ਤੇਜ਼ੀ ਨਾਲ ਨਹੀਂ ਹੋਇਆ ਔਰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਹੋਇਆਗਾ। ਠੀਕ ਹੈ ਜੀ, ਹੁਣ ਭਾਰਤ ਦਾ ਇਤਿਹਾਸ, ਯਾਨੀ ਕਿ ਜੇ ਆਪਾਂ ਭਾਰਤ ਦਾ ਹਿਸਟਰੀ ਪੜ੍ਹੀਏ ਤਾਂ ਉਹਦੇ ਵਿੱਚ ਤੋਂ ਪਤਾ ਚੱਲੂਗਾ ਆਪਾਂ ਨੂੰ ਕਿ ਜਿਹੜੇ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਦਯੋਗਾਂ ਸੀਗੇ ਉਹਦੇ ਵਿਕਾਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਸੀਗਾ, ਪਰ ਆਜ਼ਾਦੀ ਤੋਂ ਬਾਅਦ ਹੌਲੀ ਹੌਲੀ ਮਤਲਬ ਇਹਦੇ ਵੱਲ ਆਪਣਾ ਧਿਆਨ ਜਾਣ ਲੱਗ ਪਿਆ। ਖਾਸ ਕਰਕੇ 1951 ਤੋਂ ਯੋਜਨਾਵਾਂ ਦੀ ਅਵਧੀ ਵਿੱਚ ਉਦਯੋਗਾਂ ਦੀ ਸਥਾਪਨਾ ਵੱਲ ਵਿਸ਼ੇਸ਼ ਕਦਮ ਉਠਾਏ ਗਏ। 1951 ਤਾਂ ਉਹ ਜਿਹੜੀ ਫਸਟ ਯੋਜਨਾ ਬਣੀ ਸੀ 1951 ਦੇ ਵਿੱਚ। ਇਸ ਤੋਂ ਬਾਅਦ ਜਦੋਂ ਮਤਲਬ ਯੋਜਨਾਵਾਂ ਬਣਾਈਆਂ ਗਈਆਂ ਤਾਂ ਇੰਡਸਟਰੀ ਦੇ ਵਿਕਾਸ ਵੱਲ ਆਪਾਂ ਧਿਆਨ ਦੇਣ ਲੱਗ ਪਏ। ਇਹਨਾਂ ਕਰਕੇ ਹੀ ਆਰਥਿਕ ਹਾਲਤਾਂ ਵਿੱਚ ਥੋੜ੍ਹਾ ਜਿੰਨਾ ਸੁਧਾਰ ਹੋਇਆ ਹੈ, ਯਾਨੀ ਉਦਯੋਗਾਂ ਦੇ ਵਿਕਾਸ ਹੋਇਆ ਤਾਂ ਆਪਣਾ ਆਰਥਿਕ ਸੁਧਾਰ ਵੀ ਹੋਇਆ। ਆਰਥਿਕ ਸੁਧਾਰ ਯਾਨੀ ਕਿ ਲੋਕਾਂ ਦਾ ਜੀਵਨ ਪੱਧਰ, ਰਹਿਣ ਸਹਿਣ, ਠੀਕ ਹੈ ਜੀ, ਇਹ ਵੀ ਵਿਕਾਸ ਹੋਇਆ ਇਹਨਾਂ ਦਾ। ਭਾਰਤ ਵਿੱਚ ਧੀਮੇ ਉਦਯੋਗਿਕ ਵਿਕਾਸ ਦੇ ਜੋ ਭਾਰਤ ਦੇ ਵਿੱਚ ਉਦਯੋਗਿਕ ਦੀ ਧੀਮੀ ਗਤੀ ਹੈ, ਇਹਦੇ ਕੀ ਕਾਰਨ ਨੇ ਉਹ ਆਪਾਂ ਪੜ੍ਹਦੇ ਹਾਂ ਪੁਆਇੰਟ ਟੂ ਪੁਆਇੰਟ ਵਾਈਜ਼। ਠੀਕ ਹੈ ਜੀ, ਸਭ ਤੋਂ ਫਸਟ ਪੁਆਇੰਟ ਹੈ ਵਿਦੇਸ਼ੀ ਰਾਜ, ਫੋਰਨ ਰੂਲ। ਠੀਕ ਹੈ ਜੀ, ਵਿਦੇਸ਼ੀ ਰਾਜ। ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਲਗਭਗ ਕਿੰਨੇ ਸਾਲ ਰਿਹਾ ਆ? ਕਿੰਨੇ ਸਾਲ ਅੰਗਰੇਜ਼ ਰਾਜ ਕਰਕੇ ਗਏ ਨੇ ਇੰਡੀਆ ਦੇ ਉੱਤੇ? 150 ਸਾਲ। ਠੀਕ ਹੈ ਜੀ, ਇਸ ਸਮੇਂ ਦੌਰਾਨ ਉਹਨਾਂ ਨੇ ਭਾਰਤ ਦੇ ਕੁਟੀਰ ਅਤੇ ਲਘੂ ਉਦਯੋਗਾਂ ਨੂੰ ਨਸ਼ਟ ਕਰਕੇ ਭਾਰਤ ਨੂੰ ਕੱਚਾ ਮਾਲ ਵੇਚਣ ਦੀ ਇੱਕ ਮੰਡੀ ਬਣਾ ਦਿੱਤਾ ਸੀ। ਜਿਹੜੇ ਅੰਗਰੇਜ਼ ਸੀਗੇ ਉਹ ਇੰਡੀਆ ਦੇ ਉੱਤੇ ਰਾਜ ਕਰਨ ਤਾਂ ਆਏ ਸੀਗੇ, ਦੂਸਰਾ ਉਹ ਇੱਕ ਤਰ੍ਹਾਂ ਨਾਲ ਭਾਰਤ ਨੂੰ ਕੀ ਕਰਨ ਆਏ ਸੀਗੇ? ਕੰਗਾਲ ਕਰਨ ਆਏ ਸੀਗੇ। ਉਹਨਾਂ ਨੇ ਕੀ ਕੀਤਾ, ਇੰਡੀਆ ਦੇ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਲਗਾਈ, ਜਾਂ ਫਿਰ ਜਿਹੜੇ ਵੀ ਛੋਟੇ ਛੋਟੇ ਪਹਿਲਾਂ ਉਦਯੋਗ ਜਿਹੜੇ ਲੱਗੇ ਸੀ ਉਹਨਾਂ ਨੂੰ ਵੀ ਤਬਾਹ ਕਰ ਦਿੱਤਾ। ਉਹਨਾਂ ਨੇ ਕੀ ਕੀਤਾ, ਭਾਰਤ ਨੂੰ ਇੱਕ ਅਜਿਹਾ ਉਹ ਬਣਾ ਲਿਆ, ਸਾਧਨ ਬਣਾ ਲਿਆ ਜੋ ਸਿਰਫ ਕੀ ਕਰਦਾ, ਕੱਚਾ ਮਾਲ ਪ੍ਰੋਵਾਈਡ ਕਰਦਾ ਗਾ। ਇਸ ਕਰਕੇ ਭਾਰਤ ਕੀ ਕਰਦਾ ਸੀਗਾ, ਕੱਚਾ ਮਾਲ ਭੇਜਦਾ ਹੁੰਦਾ ਸੀਗਾ ਦੂਸਰੇ ਦੇਸ਼ਾਂ ਨੂੰ। ਜਿੰਨੇ ਉਦਯੋਗ ਭਾਰਤ ਵਿੱਚ ਬਚੇ ਸਨ ਉਹ ਨਿੱਜੀ ਖੇਤਰ ਵਿੱਚ ਲੋਕਾਂ ਦੀ ਮਿਹਨਤ ਦਾ ਸਿੱਟਾ ਸੀ। ਯਾਨੀ ਜਿੰਨੇ ਵੀ ਥੋੜੇ ਮੋਟੇ ਅਗਰ ਉਦਯੋਗ ਬਚੇ ਵੀ ਸੀਗੇ ਭਾਰਤ ਦੇ ਵਿੱਚ ਤਾਂ ਉਹ ਨਿੱਜੀ ਲੋਕਾਂ ਦਾ ਮਿਹਨਤ ਦਾ ਸਿੱਟਾ ਸੀਗਾ। ਠੀਕ ਹੈ ਜੀ, ਅੰਗਰੇਜ਼ੀ ਸਰਕਾਰ ਨੇ ਉਦਯੋਗਾਂ ਸੰਬੰਧੀ ਭੇਦਭਰੀ ਸੰਰਖਣ ਦੀ ਨੀਤੀ ਅਪਣਾਈ, ਜਿਸ ਨਾਲ ਲਾਭ ਕੁਝ ਹੀ ਉਦਯੋਗਾਂ ਨੂੰ ਮਿਲਿਆ। ਉਹਨਾਂ ਨੇ ਕੀ ਕੀਤਾ ਸੀਗਾ, ਭੇਦਭਰੀ ਮਤਲਬ ਕਿ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਕੀਤਾ, ਭੇਦਭਾਵ ਕੀਤਾ। ਉਹਦੇ ਨਾਲ ਜਿਹੜੀ ਨੀਤੀ ਭੇਦਭਾਵ ਵਾਲੀ ਜਿਹੜੀ ਨੀਤੀ ਅਪਣਾਈ ਸੀਗੀ, ਇਹਦੇ ਨਾਲ ਨਾ ਕੁਝ ਇੰਡਸਟਰੀ ਨੂੰ ਪ੍ਰੋਫਿਟ ਹੋਇਆ, ਨਹੀਂ ਤਾਂ ਜਿਹੜੀ ਇੰਡਸਟਰੀ ਸੀਗੀਆਂ ਬਾਕੀ ਉਹ ਕੀ ਹੋ ਗਈਆਂ, ਖਤਮ ਹੋ ਗਈਆਂ। ਠੀਕ ਹੈ ਜੀ, ਤੇ ਸਭ ਤੋਂ ਪਹਿਲਾਂ ਸਲੋ ਪ੍ਰੋਗਰੈਸ ਕੀ ਹੈ ਇੰਡਸਟਰੀ ਦਾ, ਸਲੋ ਪ੍ਰੋਗਰੈਸ ਹੋਣ ਦੇ ਫਸਟ ਕਾਰਨ ਕੀ ਹੈ? ਫੋਰਨ ਰੂਲ ਹੈ। ਠੀਕ ਹੈ ਜੀ, ਉਹਨਾਂ ਨੇ ਜੋ ਰੂਲ ਦਾ ਜੋ ਰੱਖਿਆ ਸੀਗਾ, ਨੀਤੀ ਰੱਖੀ ਸੀਗੀ ਡਿਸਕ੍ਰਿਮੀਨੇਸ਼ਨ ਦੀ, ਉਹ ਕੀ ਸੀ? ਗਲਤ ਸੀਗੀ। ਸੈਕਿੰਡ ਪੁਆਇੰਟ ਕੀ ਹੈ? ਪੂੰਜੀ ਦੀ ਕਮੀ। ਪੂੰਜੀ ਮਤਲਬ ਪੈਸੇ ਦੀ ਕਮੀ ਸੀ। ਉਦਯੋਗਾਂ ਦੇ ਵਿਕਾਸ ਲਈ ਪੂੰਜੀ ਦੀ ਬਹੁਤ ਹੀ ਜ਼ਰੂਰਤ ਹੁੰਦੀ ਹੈ, ਕਿਉਂਕਿ ਆਪਾਂ ਨੂੰ ਪਤਾ ਜੇ ਕੋਈ ਵੀ ਇੰਡਸਟਰੀ ਲਗਾਉਣਾ ਚਾਹੁੰਦੇ ਹਾਂ ਉਹਦੇ ਲਈ ਆਪਾਂ ਨੂੰ ਕੀ ਚਾਹੀਦੀ ਹੈ? ਕ੍ਰੈਡਿਟ ਚਾਹੀਦਾ ਹੁੰਦਾ ਗਾ, ਕੈਪੀਟਲ ਚਾਹੀਦਾ ਹੁੰਦਾ ਗਾ। ਭਾਰਤ ਦੇ ਲੋਕ ਜ਼ਿਆਦਾਤਰ ਗਰੀਬ ਹਨ, ਉਹ ਪੂੰਜੀ ਨੂੰ ਜਮ੍ਹਾਂ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਕੋਲ ਪੂੰਜੀ ਹੁੰਦੀ ਸੀ ਉਹ ਪੂੰਜੀ ਨੂੰ ਸੁਰੱਖਿਅਤ ਕੰਮਾਂ ਵਿੱਚ, ਜਿਵੇਂ ਕਿ ਜਾਇਦਾਦ, ਸਰਕਾਰੀ ਬੌਂਡ, ਵਪਾਰਕ ਸੋਨਾ, ਮਕਾਨ ਬਣਾਉਣ ਆਦਿ ਵਿੱਚ ਲਗਾਉਣਾ ਪਸੰਦ ਕਰਦੇ ਸੀ। ਜ਼ਿਆਦਾ ਲੋਕਾਂ ਕੋਲ ਤਾਂ ਧਨ ਹੁੰਦਾ ਨਹੀਂ ਸੀਗਾ, ਜਿਨ੍ਹਾਂ ਕੋਲ ਹੁੰਦੇ ਸੀਗੇ ਤਾਂ ਉਹ ਕਹਿੰਦੇ ਇੰਡਸਟਰੀ ਲਗਾਊਂਗਾ, ਕਿਤੇ ਵਿਕਾਸ ਕੀਤਾ ਕਿਤੇ ਨਹੀਂ ਕੀਤਾ। ਠੀਕ ਹੈ ਜੀ, ਤਾਂ ਉਹ ਸੋਚਦੇ ਹੁੰਦੇ ਸੀ ਚਲੋ ਆਪਾਂ ਕੋਈ ਸੁਰੱਖਿਅਤ ਕੰਮ ਕਰ ਲੈਂਦੇ ਹਾਂ, ਕੋਈ ਸਿਕਿਉਰਿਟੀ ਖਰੀਦ ਲੈਂਦੇ ਹਾਂ, ਸਿਕਿਉਰਿਟੀ। ਠੀਕ ਹੈ ਜੀ, ਜਾਂ ਫਿਰ ਕੋਈ ਬੌਂਡ, ਸ਼ੇਅਰ, ਜਾਇਦਾਦ, ਕੋਈ ਲੈਂਡ ਖਰੀਦ ਲੈਂਦੇ ਹਾਂ। ਠੀਕ ਹੈ ਜੀ, ਉਹ ਤਾਂ ਆਪਣੀ ਪਈ ਰਹੂਗੀ, ਉਹ ਤਾਂ ਕਿੱਥੇ ਨਹੀਂ ਜਾਂਦੇ। ਠੀਕ ਹੈ ਜੀ, ਸੋਨਾ ਵਗੈਰਾ ਖਰੀਦ ਲੈਂਦੇ ਹਾਂ। ਠੀਕ ਹੈ ਜੀ, ਅਤੇ ਉਹਨਾਂ ਉਦਯੋਗਾਂ ਵਿੱਚ ਲਗਾਉਣਾ, ਉਹ ਕਿਉਂ ਇਹ ਖਰੀਦ ਲੈਂਦੇ ਸੀ? ਕਿਉਂਕਿ ਉਹਨਾਂ ਨੂੰ ਲੱਗਦਾ ਸੀ ਉਦਯੋਗਾਂ ਦੇ ਲਗਾਉਣ ਨਾਲ ਕੀ ਹੋਊਗਾ, ਉਹਨਾਂ ਨੂੰ ਜੋਖਿਮ ਹੋਊਗਾ, ਯਾਨੀ ਹਾਨੀ ਹੋ ਸਕਦੀ ਹੈ। ਸੈਕਿੰਡ ਕੀ ਹੈ? ਕੁਸ਼ਲ ਮਜ਼ਦੂਰਾਂ ਦੀ ਘਾਟ ਸੀਗੀ। ਇੰਡੀਆ ਦੇ ਵਿੱਚ ਕੀ ਸੀਗਾ? ਕੁਸ਼ਲ ਮਜ਼ਦੂਰਾਂ ਦੀ ਘਾਟ ਸੀਗੀ। ਆਧੁਨਿਕ ਉਦਯੋਗਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਕੁਸ਼ਲ ਅਤੇ ਮਿਹਨਤੀ ਇਮਾਨਦਾਰ ਮਜ਼ਦੂਰਾਂ ਦੀ ਬਹੁਤ ਲੋੜ ਸੀਗੀ। ਠੀਕ ਹੈ ਜੀ, ਕਿਉਂਕਿ ਕੋਈ ਵੀ ਇੰਡਸਟਰੀ ਆਪਾਂ ਜੇ ਲਗਾਉਂਦੇ ਹਾਂ ਉਹਦੇ ਲਈ ਲੇਬਰਸ ਦੀ ਜ਼ਰੂਰਤ ਪੈਂਦੀ ਆ। ਅਗਰ ਜੇ ਲੇਬਰ ਮਿਹਨਤੀ ਹੋਣਗੇ, ਹਾਰਡ ਵਰਕਰ ਹੋਣਗੇ, ਕੁਸ਼ਲ ਹੋਣਗੇ, ਤਕਨੀਕ
ਟੈਕਨੋਲੋਜੀ ਦੇ ਨਾਲ ਕੰਮ ਕਰਨਾ ਆਉਂਦਾ ਹੋਊਗਾ ਉਹਨਾਂ ਨੂੰ ਹੈ, ਠੀਕ ਹੈ ਜੀ, ਉਹ ਆਪਣਾ ਵੱਧ ਤੋਂ ਵੱਧ ਬੈਸਟ ਦੇਣਗੇ ਇੰਡਸਟਰੀ ਦੇ ਵਿੱਚ, ਤਾਂ ਕੀ ਹੋਊਗਾ, ਉਹ ਇੰਡਸਟਰੀ ਦਾ ਵਿਕਾਸ ਹੋਊਗਾ। ਤਾਂ ਇਹੀ ਘੱਟ ਸੀਗਾ ਮਜ਼ਦੂਰਾਂ ਦੇ ਵਿੱਚ, ਠੀਕ ਹੈ ਜੀ। ਭਾਰਤ ਵਿੱਚ ਅਜਿਹੇ ਮਜ਼ਦੂਰਾਂ ਦੀ ਘਾਟ ਹੈ। ਇੱਥੋਂ ਦੇ ਜ਼ਿਆਦਾਤਰ ਮਜ਼ਦੂਰ ਖੇਤੀ ਕਰਨ ਵਾਲੇ, ਕਿਉਂਕਿ ਇੰਡੀਆ ਕੀ ਹੈ, ਖੇਤੀ ਪ੍ਰਧਾਨ ਦੇਸ਼ ਹੈ, ਤਾਂ ਜ਼ਿਆਦਾਤਰ ਲੋਕ ਖੇਤੀ ਦੇ ਉੱਤੇ ਡਿਪੈਂਡੈਂਟ ਹੈ, ਉਹਨਾਂ ਨੂੰ ਇੰਡਸਟਰੀ ਦੇ ਵਿੱਚ ਕੰਮ ਕਰਨਾ ਨਹੀਂ ਆਉਂਦਾ ਸੀ, ਠੀਕ ਹੈ ਜੀ। ਇਹ ਲੋਕ ਕੁਝ ਸਮੇਂ ਲਈ ਸ਼ਹਿਰਾਂ ਵਿੱਚ ਆ ਜਾਂਦੇ ਹਨ। ਇਹ ਮਜ਼ਦੂਰ ਉਦਯੋਗਾਂ ਲਈ ਜ਼ਰੂਰੀ ਸਿਖਲਾਈ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਲਈ ਇਹਨਾਂ ਦੁਆਰਾ ਤਿਆਰ ਕੀਤਾ ਗਿਆ ਉਤਪਾਦਨ ਘਟੀਆ ਅਤੇ ਮਹਿੰਗਾ ਹੁੰਦਾ ਹੈ। ਹੁਣ ਜੇ ਮੰਨ ਲਓ ਜਿਹੜੇ ਲੋਕ ਨੇ ਬਾਹਰ ਪਿੰਡ ਤੋਂ ਆਉਂਦੇ ਨੇ, ਸ਼ਹਿਰਾਂ ਦੀ ਤਰਫ ਤੋਂ ਆਉਂਦੇ ਨੇ, ਸ਼ਹਿਰ ਦੀ ਤਰਫ ਆਉਂਦੇ ਨੇ, ਕਦੋਂ ਆਉਂਦੇ ਨੇ, ਜਦੋਂ ਉਹਨਾਂ ਨੂੰ ਖੇਤਾਂ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ। ਤਾਂ ਉਹ ਐ ਤਾਂ ਹੈ ਨਹੀਂ ਕਿ ਪਰਮਾਨੈਂਟਲੀ ਉਹ ਉਦਯੋਗ ਦੇ ਵਿੱਚ ਲੱਗੇ ਹੁੰਦੇ ਨੇ। ਉਹਨਾਂ ਦਾ ਜਦੋਂ ਉੱਧਰ ਖੇਤੀ ਦੇ ਵਿੱਚ ਕੰਮ ਹੋ ਜਾਂਦਾ ਗਾ ਤਾਂ ਉਹ ਇੱਧਰ ਕੰਮ ਛੱਡ ਕੇ ਚਲੇ ਜਾਂਦੇ ਨੇ, ਔਰ ਉਹਨਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਦੇ ਲਈ ਜੋ ਸਿਖਲਾਈ ਦਿੱਤੀ ਜਾਂਦੀ ਉਹਨੂੰ ਵੀ ਵਧੀਆ ਤਰੀਕੇ ਨਾਲ ਨਹੀਂ ਕਰਦੇ ਹੈਗੇ, ਠੀਕ ਹੈ। ਤਾਂ ਇਹ ਵੀ ਕਾਰਨ ਹੈ ਉਦਯੋਗਾਂ ਦਾ ਪ੍ਰੋਗਰੈਸ ਦੇ ਵਿੱਚ ਰੁਕਾਵਟ ਦੇ ਵਿੱਚ, ਠੀਕ ਹੈ ਜੀ। ਆਪਣਾ ਨੈਕਸਟ ਪੁਆਇੰਟ ਕੀ ਹੈ, ਸਸਤੇ ਸ਼ਕਤੀ ਸਾਧਨ ਦੀ ਘਾਟ। ਸ਼ਕਤੀ ਮਤਲਬ ਪਾਵਰ। ਕਿਸੇ ਵੀ ਇੰਡਸਟਰੀ ਚਲਾਉਣ ਦੇ ਲਈ ਕੀ ਹੁੰਦੀ ਹੈ, ਬਿਜਲੀ ਦੀ ਜ਼ਰੂਰਤ ਪੈਂਦੀ ਹੁੰਦੀ ਹੈ। ਇਹ ਕੀ ਸੀਗੀ, ਬਹੁਤ ਹੀ ਜ਼ਿਆਦਾ ਸਸਤੀ ਨਹੀਂ ਮਿਲਦੀ ਸੀਗੀ, ਮਹਿੰਗੀ ਮਿਲਦੀ ਸੀਗੀ। ਉਦਯੋਗਾਂ ਨੂੰ ਚਲਾਉਣ ਦੇ ਲਈ ਸਸਤੀ એનર્ਜੀ ਦੀ ਜ਼ਰੂਰਤ ਹੁੰਦੀ ਸੀਗੀ। ਭਾਰਤ ਵਿੱਚ ਸ਼ਕਤੀ ਦੇ ਮੁੱਖ ਸਾਧਨ ਕਿਹੜੇ ਨੇ, ਇਹ ਆ ਸਕਦਾ ਛੋਟਾ ਕੁਐਸਚਨ ਕਿ ਭਾਰਤ ਵਿੱਚ ਸ਼ਕਤੀ ਦੇ ਮੁੱਖ ਸਾਧਨ ਕਿਹੜੇ ਨੇ। ਕੋਲੇ ਦੁਆਰਾ ਤਾਪ ਕਰਕੇ ਪੈਦਾ ਕੀਤੀ ਜਾਂਦੀ ਹੈ ਸ਼ਕਤੀ, ਤੇਲ, ਠੀਕ ਹੈ ਜੀ, ਬਿਜਲੀ, ਇਹ ਸਾਰੇ ਕੀ ਨੇ, ਸ਼ਕਤੀ ਦੇ ਸਾਧਨ ਨੇ। ਭਾਰਤ ਵਿੱਚ ਕੋਇਲਾ ਘਟੀਆ ਕਿਸਮ ਦਾ ਮਿਲਦਾ ਹੈ ਅਤੇ ਕੋਇਲੇ ਦੀਆਂ ਖਾਣਾਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਜਿਵੇਂ ਬਿਹਾਰ, ਪੱਛਮੀ ਬੰਗਾਲ ਆਦਿ ਵਿੱਚ ਹੀ ਕੇਂਦਰਿਤ ਹਨ। ਯਾਨੀ ਕਿ ਜੋ ਕੋਲਾ ਹੈ ਉਹ ਕਿੱਥੇ ਮਿਲਦਾ, ਬਿਹਾਰ ਅਤੇ ਪੱਛਮੀ ਬੰਗਾਲ ਦੇ ਵਿੱਚ, ਠੀਕ ਹੈ ਜੀ। ਦੇਸ਼ ਦੇ ਹੋਰਨਾਂ ਖੇਤਰਾਂ ਨੂੰ ਕੋਇਲਾ ਭੇਜਣ ਵਿੱਚ ਬਹੁਤ ਖਰਚ ਆਉਂਦਾ ਹੈ। ਜੇ ਆਪਾਂ ਦੂਜੇ ਦੇਸ਼ਾਂ ਨੂੰ ਆਪਾਂ ਕੋਇਲਾ ਭੇਜਦੇ ਹਾਂ ਦੇਸ਼ ਦੇ ਹੋਰਨਾਂ ਖੇਤਰ ਨੂੰ, ਜਿਵੇਂ ਕਿ ਮੰਨ ਲਓ ਅਗਰ ਜੇ ਬਿਹਾਰ ਦੇ ਵਿੱਚ, ਬਿਹਾਰ ਤੋਂ ਮੁੰਬਈ ਭੇਜਦੇ ਹਾਂ ਜਾਂ ਫਿਰ ਕਰਨਾਟਕ ਭੇਜਦੇ ਹਾਂ, ਤਾਂ ਕੀ ਆਉਂਦਾ ਸੀਗਾ, ਖਰਚਾ ਜ਼ਿਆਦਾ ਆਉਂਦਾ ਹੁੰਦਾ ਸੀਗਾ। ਸਾਡੇ ਦੇਸ਼ ਵਿੱਚ ਬਿਜਲੀ ਕਾਫੀ ਪੈਦਾ ਕੀਤੀ ਜਾਂਦੀ ਹੈ, ਪਰ ਇਸ ਦਾ ਪੂਰਨ ਵਿਕਾਸ ਨਹੀਂ ਹੋ ਸਕਿਆ। ਬਿਜਲੀ ਤਾਂ ਆਪਣੇ ਇੰਡੀਆ ਦੇ ਵਿੱਚ ਬਹੁਤ ਪ੍ਰੋਡਿਊਸ ਕੀਤੀ ਜਾਂਦੀ ਹੈ, ਪਰ ਇਹ ਹੈ ਕਿ ਅੱਧੀ ਤਾਂ ਬਿਜਲੀ ਜੋ ਹੈ ਉਹ ਕੀ ਉਹ ਰਸਤੇ ਵਿੱਚ ਹੀ ਖਤਮ ਹੋ ਜਾਂਦੀ ਹੈ। ਯਾਨੀ ਬਹੁਤ ਹੀ ਜ਼ਿਆਦਾ ਨੁਕਸਾਨ ਬਿਜਲੀ ਦਾ ਤਾਂ ਇੱਧਰ ਉੱਧਰ ਸਪਲਾਈ ਕਰਨ ਵਿੱਚ ਹੀ ਨੁਕਸਾਨ ਹੋ ਜਾਂਦਾ ਉਹਦਾ। ਤੇਲ ਲਈ ਸਾਨੂੰ ਵਿਕਾਸ 'ਤੇ ਨਿਰਭਰ ਰਹਿਣਾ ਪੈਂਦਾ ਹੈ, ਠੀਕ ਹੈ। ਤੇਲ ਦੇ ਲਈ ਸਾਨੂੰ ਵਿਦੇਸ਼ਾਂ 'ਤੇ ਨਿਰਭਰ ਪੈਂਦਾ ਹੈ, ਕਿਉਂਕਿ ਤੇਲ ਆਪਣੀ ਇੰਡੀਆ ਦੇ ਵਿੱਚ ਜ਼ਿਆਦਾ ਨਹੀਂ ਮਿਲਦਾ ਹੈ, ਔਰ ਇਹਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ, ਦੂਸਰੇ ਦੇਸ਼ਾਂ ਤੋਂ ਆਯਾਤ ਕਰਨਾ ਪੈਂਦਾ ਹੈ। 1973 ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਹੁਣ ਜਦੋਂ ਆਪਾਂ ਦੂਸਰੇ ਦੇਸ਼ਾਂ ਤੋਂ ਆਯਾਤ ਕਰਦੇ ਹਾਂ ਤੇਲ, ਆਇਲ, ਠੀਕ ਹੈ ਜੀ, ਤੇ ਕੀ ਪੈ ਜਾਂਦਾ, ਮਹਿੰਗਾ ਪੈ ਜਾਂਦਾ ਗਾ, ਔਰ ਇਹਦਾ ਜੋ ਕੀਮਤ ਹੈ ਉਹ ਕਾਫੀ ਗੁਣਾ ਜ਼ਿਆਦਾ ਵੱਧ ਗਈ ਹੈ ਯੁੱਧ ਤੋਂ ਬਾਅਦ, ਠੀਕ ਹੈ ਜੀ। ਨੈਕਸਟ ਆਪਣਾ 5th ਪੁਆਇੰਟ ਕੀ ਹੈ, ਕੁਸ਼ਲ ਪ੍ਰਬੰਧਕਾਂ ਦੀ ਘਾਟ। ਸ਼ਾਰਟੇਜ ਆਫ ਐਫੀਸ਼ੀਐਂਟ ਮੈਨੇਜਰਸ। ਭਾਰਤ ਵਿੱਚ ਯੋਗ, ਕੁਸ਼ਲ ਅਤੇ ਮਿਹਨਤੀ ਪ੍ਰਬੰਧਕਾਂ ਅਤੇ ਉਦਯੋਗਪਤੀਆਂ ਦੀ ਬਹੁਤ ਕਮੀ ਹੈ। ਦੇਸ਼ ਦੇ ਸਮਾਜਿਕ ਵਾਤਾਵਰਣ ਲੋਕਾਂ ਦੀ ਰੂੜੀਵਾਦੀ ਵਿਚਾਰਧਾਰਾ ਯਾਨੀ ਜਿਹੜੇ ਕਿ ਪਹਿਲਾਂ ਦੀ ਵਿਚਾਰਧਾਰਾ ਆ, ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋ, ਠੀਕ ਹੈ ਜੀ, ਅਤੇ ਸਿੱਖਿਆ ਦੀ ਘਾਟ ਕਾਰਨ ਭਾਰਤ ਹਮੇਸ਼ਾ ਇੱਕ ਖੇਤੀ ਪ੍ਰਧਾਨ ਦੇਸ਼ ਤੱਕ ਹੀ ਸੀਮਿਤ ਰਿਹਾ ਹੈ। ਪੜ੍ਹੇ ਲਿਖੇ ਲੋਕ ਵਿੱਚ ਉਦਯੋਗਾਂ ਵਿੱਚ ਕੰਮ ਕਰਨ ਦੀ ਬਜਾਏ ਨੌਕਰੀ ਜਾਂ ਕਲਰਕੀ ਕਰਨਾ ਵਧੇਰੇ ਪਸੰਦ ਕਰਦੇ। ਹੁਣ ਜਿਹੜੇ ਕੀ ਹੈ ਮੈਨੇਜਰ, ਸ਼ਾਰਟੇਜ ਕੀ ਹੈ, ਕੁਸ਼ਲ ਮੈਨੇਜਰ ਦੀ ਘਾਟ ਹੈ। ਹੁਣ ਭਾਰਤ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਕੀ ਨੇ, ਰੂੜੀਵਾਦੀ ਨੇ, ਅੰਧ ਵਿਸ਼ਵਾਸੀ ਨੇ, ਔਰ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਜ਼ਿਆਦਾਤਰ ਖੇਤਾਂ ਦੇ ਵਿੱਚ ਹੀ ਧਿਆਨ ਦਿੰਦੇ ਨੇ ਜ਼ਿਆਦਾ। ਔਰ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਚਾਹੁੰਦੇ ਨੇ ਕਿ ਐਨ ਪੜ੍ਹੇ ਸੂਟ ਬੂਟ ਦੇ ਵਿੱਚ ਕੀ ਕਰੀਏ, ਅਸੀਂ ਕੰਮ ਕਰੀਏ, ਸੂਟ ਬੂਟ ਪਾ ਕੇ, ਚਿੱਟੇ ਕਾਲਰ ਵਾਲੇ, ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਕਲਰਕੀ ਵਾਲਾ ਨੌਕਰੀ ਭਾਲਦੇ ਨੇ, ਪੜ੍ਹਾਈ ਲਿਖਾਈ ਵਾਲਾ ਕੰਮ ਕਰਦੇ। ਹੁਣ ਜੇ ਮੰਨ ਲਓ ਕੋਈ ਪੜ੍ਹਿਆ ਲਿਖਿਆ ਬੰਦਾ ਆ, ਉਹ ਐਂ ਤਾਂ ਹੈ ਨਹੀਂ ਕਿ ਕੋਈ ਫੈਕਟਰੀ ਦੇ ਵਿੱਚ ਕੰਮ ਕਰੂਗਾ, ਠੀਕ ਹੈ ਜੀ, ਜਾਂ ਫਿਰ ਕੋਈ ਪੈਕਿੰਗ ਦੇ ਵਿੱਚ ਕੋਈ ਕੰਮ ਕਰੂਗਾ, ਲੇਬਰ ਦੀ ਤਰ੍ਹਾਂ ਕੰਮ ਕਰੂਗਾ, ਜਾਂ ਫਿਰ ਮਿਸਤਰੀ ਦਾ ਕੰਮ ਕਰੂਗਾ, ਜਾਂ ਫਿਰ ਕੋਈ ਖੇਤੀ ਦੇ ਵਿੱਚ ਕੰਮ ਕਰੂਗਾ, ਠੀਕ ਹੈ ਜੀ। ਉਹ ਤਾਂ ਚਾਹੂਗਾ ਨਾ ਕਿ ਮੈਂ ਬੈਠ ਕੇ ਕੋਈ ਪੜ੍ਹਿਆ ਲਿਖਿਆ ਵਾਲਾ ਕੰਮ ਕਰਾਂ, ਠੀਕ ਹੈ ਜੀ। ਤੇ ਇਹਦੀ ਘਾਟ ਹੈ, ਠੀਕ ਹੈ ਜੀ। ਗਰੀਬੀ, ਪੋਵਰਟੀ ਕੀ ਹੈ, ਇਹ ਬਹੁਤ ਹੀ ਪੋਵਰਟੀ ਹਰ ਇੱਕ ਖੇਤੀ ਦੇ ਵਿਕਾਸ ਲਈ ਵੀ, ਉਦਯੋਗਾਂ ਦੇ ਵਿਕਾਸ ਲਈ ਵੀ ਬਹੁਤ ਹੀ ਜ਼ਿਆਦਾ ਇਹ ਕੀ ਹੈ, ਰੁਕਾਵਟ ਹੈ ਗਰੀਬੀ। ਭਾਰਤ ਕੀ ਹੈ, ਇੱਕ ਗਰੀਬ ਦੇਸ਼ ਹੈ। ਲੋਕ ਜ਼ਿਆਦਾਤਰ ਗਰੀਬ ਨੇ। ਕਿਉਂ ਗਰੀਬ ਨੇ? ਕਿਉਂਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ ਹੈਗਾ। ਜੇ ਕੰਮ ਮਿਲੇ ਤਾਂ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਵੇ, ਉਹਨਾਂ ਦੀ ਇਨਕਮ ਵਧੇ, ਠੀਕ ਹੈ, ਜੋ ਖਰਚੇ ਕਰਨ,
ਮੰਡੀ ਬਹੁਤ ਹੀ ਸੀਮਿਤ ਰਹਿੰਦੀ ਹੈ। ਇਸ ਕਾਰਨ ਉਦਯੋਗਾਂ ਦੇ ਬਣੇ ਹੋਏ ਮਾਲ ਜਿਹੜੇ ਨੇ ਉਹ ਮੰਡੀ ਵਿੱਚ ਬਹੁਤ ਹੀ ਸੀਮਿਤ ਰਹਿੰਦੀ ਹੈ, ਕਿਉਂਕਿ ਗਰੀਬ ਲੋਕ ਤਾਂ ਖਰੀਦ ਨਹੀਂ ਪਾਉਂਦੇ, ਅਮੀਰ ਲੋਕ ਹੀ ਖਰੀਦ ਪਾਣਗੇ। ਤਾਂ ਕੀ ਹੈ, ਇਹਨਾਂ ਦੀ ਮੰਡੀ ਕੀ ਹੈ, ਸੀਮਿਤ ਹੈ ਉਦਯੋਗਾਂ ਦੁਆਰਾ ਬਣੇ ਹੋਏ ਪ੍ਰੋਡਕਟ ਦੀ। ਠੀਕ ਹੈ ਜੀ। ਘੱਟ ਮੰਗ ਹੋਣ ਕਰਕੇ ਉਦਯੋਗ ਵਿਕਾਸ ਦਰ ਵੀ ਧੀਮੀ ਆ। ਹੁਣ ਮੰਨ ਲਓ ਕੋਈ ਵੀ ਅਗਰ ਫੈਕਟਰੀ ਕੋਈ ਚੀਜ਼ ਪ੍ਰੋਡਿਊਸ ਕਰਦੀ ਆ, ਉਹ ਤਾਂ ਹੀ ਪ੍ਰੋਡਿਊਸ ਕਰੂਗੀ ਨਾ ਜਦੋਂ ਉਹਦਾ ਮਾਲ ਵਿਕੂਗਾ। ਜੇ ਮਾਲ ਹੀ ਨਹੀਂ ਵਿਕੂਗਾ ਤਾਂ ਪ੍ਰੋਡਿਊਸ ਕਰਕੇ ਕੀ ਕਰੂਗਾ। ਠੀਕ ਹੈ ਜੀ। ਗਰੀਬੀ ਕਾਰਨ ਬਚਤਾਂ ਵੀ ਘਟ ਜਾਂਦੀਆਂ ਹਨ ਤੇ ਨਿਵੇਸ਼ ਵੀ ਘਟ ਜਾਂਦਾ। ਹੁਣ ਜਦੋਂ ਲੋਕਾਂ ਨੂੰ ਖਾਣ ਲਈ ਪੈਸੇ ਹੀ ਨਹੀਂ ਮਿਲਦਾ ਤਾਂ ਬਚਤ ਖਾਣ ਦੀ ਜਦੋਂ ਉਹਨਾਂ ਨੂੰ ਪੈਸੇ ਹੀ ਨਹੀਂ ਹੈਗੇ ਉਹਨਾਂ ਕੋਲ, ਉਹ ਖਰਚ ਹੀ ਨਹੀਂ ਕਰ ਸਕਦੇ ਤਾਂ ਬਚਤ ਤਾਂ ਕਿੱਥੋਂ ਕਰਨਗੇ ਉਹ। ਠੀਕ ਹੈ ਜੀ। ਤਾਂ ਬਚਤ ਨਹੀਂ ਕਰਨਗੇ ਤਾਂ ਨਿਵੇਸ਼ ਵੀ ਨਹੀਂ ਹੋਊਗਾ, ਕਿਉਂਕਿ ਬਚਤ ਹੀ ਨਿਵੇਸ਼ ਦਾ ਰੂਪ ਧਾਰਨ ਕਰਦੀ ਹੈ। ਠੀਕ ਹੈ ਜੀ। ਨਿਵੇਸ਼ ਮੈਂ ਤੁਹਾਨੂੰ ਦੱਸਿਆ ਸੀ ਨਿਵੇਸ਼ ਕੀ ਹੁੰਦਾ ਗਾ। ਠੀਕ ਹੈ ਜੀ। ਨਿਵੇਸ਼ ਹੁੰਦਾ ਪੂੰਜੀ ਦੇ ਸਟਾਕ ਦੇ ਵਿੱਚ ਵਾਧਾ ਕਰਨਾ। ਠੀਕ ਹੈ ਜੀ। ਨੈਕਸਟ ਕੀ ਹੈ ਆਪਣਾ 7th ਪੁਆਇੰਟ, ਕੱਚੇ ਮਾਲ ਦੀ ਕਮੀ ਆ, ਸ਼ਾਰਟੇਜ ਆਫ ਰੋ ਮਟੀਰੀਅਲ ਦੀ ਘਾਟ ਹੈ ਆਪਾਂ ਕੋਲ ਭਾਰਤ ਵਿੱਚ ਉਦਯੋਗਾਂ ਲਈ। ਕਿਉਂ ਆਪਾਂ ਨੇ ਪਹਿਲਾਂ ਪੜ੍ਹਿਆ ਜਿਹੜਾ ਪੁਆਇੰਟ, ਉਹਦੇ ਵਿੱਚ ਕੀ ਸੀਗਾ, ਅੰਗਰੇਜ਼ਾਂ ਨੇ ਕੀ ਕਰ ਲਿਆ ਸੀਗਾ, ਭਾਰਤ ਦੇ ਉੱਤੇ ਕੱਚਾ ਮਾਲ ਨੂੰ ਦੂਸਰੇ ਦੇਸ਼ ਦੇ ਵਿੱਚ ਭੇਜਣ ਵਾਲੀ ਮੰਡੀ ਸਮਝ ਲਿਆ ਸੀਗਾ ਭਾਰਤ ਨੂੰ। ਭਾਰਤ ਵਿੱਚ ਉਦਯੋਗਾਂ ਲਈ ਕੱਚਾ ਮਾਲ ਬਹੁਤ ਘੱਟ ਮਾਤਰਾ ਦੇ ਵਿੱਚ ਅਤੇ ਘਟੀਆ ਕਿਸਮ ਦਾ ਮਿਲਦਾ ਹੈ। ਦੇਸ਼ ਦੀ ਵੰਡ ਪਿੱਛੋਂ ਪਟਸਨ, ਕਪਾਹ ਆਦਿ ਦੀ ਕਮੀ ਹੋ ਗਈ, ਕਿਉਂਕਿ ਇਹ ਜ਼ਿਆਦਾਤਰ ਮਾਤਰਾ ਕਿੱਥੇ ਭੇਜਿਆ ਗਿਆ ਸੀ, ਦੂਸਰੇ ਦੇਸ਼ਾਂ ਦੇ ਵਿੱਚ। ਇਹਨਾਂ ਵਸਤਾਂ ਨੂੰ ਵਿਦੇਸ਼ਾਂ ਤੋਂ ਮੰਗਵਾਉਣ ਦੇ ਲਈ ਬਹੁਤ ਹੀ ਜ਼ਿਆਦਾ ਧਨ ਖਰਚਣਾ ਪੈਂਦਾ ਹੈ, ਜਿਸ ਕਾਰਨ ਲਾਗਤ ਵੱਧ ਜਾਂਦੀ ਹੈ। ਕੱਚਾ ਮਾਲ ਘਟੀਆ ਹੋਣ ਕਰਕੇ ਉਤਪਾਦਨ ਮਾਲ ਜਿਹੜਾ ਹੈ ਘਟੀਆ ਬਣਦਾ ਹੈ। ਜੇ ਆਪਾਂ ਮੰਨ ਲਓ ਕੱਚਾ ਮਾਲ ਘਟੀਆ ਕਿਸਮ ਦਾ ਮੰਗਵਾਵਾਂਗੇ ਤਾਂ ਕੀ ਹੋਊਗਾ, ਉਤਪਾਦਨ ਵੀ ਤਾਂ ਵਧੀਆ ਹੀ ਨਹੀਂ ਬਣੂਗਾ, ਉਹ ਵੀ ਤਾਂ ਘਟੀਆ ਹੀ ਬਣੂਗਾ। ਕੁਝ ਖਣਿਜ ਪਦਾਰਥ ਜਿਵੇਂ ਕਿ ਟੀਨ, ਸ਼ੀਸ਼ਾ, ਗੰਧਕ, ਜਿਸਤ ਆਦਿ ਦੀ ਘਾਟ ਸਾਡੇ ਉਦਯੋਗੀਕਰਨ ਵਿੱਚ ਬਹੁਤ ਹੀ ਘਾਤਕ ਸਿੱਧ ਹੋਈ ਹੈ। ਯਾਨੀ ਕਿ ਇਹ ਚੀਜ਼ ਨੇ ਬਹੁਤ ਹੀ ਜ਼ਿਆਦਾ ਘੱਟ ਮਾਤਰਾ ਦੇ ਵਿੱਚ ਨੇ, ਜੋ ਕਿ ਜ਼ਿਆਦਾ ਹੋਣੇ ਚਾਹੀਦੇ ਨੇ ਉਦਯੋਗਾਂ ਦੇ ਵਿਕਾਸ ਦੇ ਲਈ। ਠੀਕ ਹੈ ਜੀ। ਤਾਂ ਕੱਚੇ ਮਾਲ ਦੀ ਕਮੀ ਵੀ ਕੀ ਹੈ, ਉਦਯੋਗਿਕ ਵਿਕਾਸ ਦੇ ਵਿੱਚ ਰੁਕਾਵਟ ਹੈ। ਵਿੱਤ ਸੰਬੰਧੀ ਸੰਗਠਨਾਂ ਦੀ ਘਾਟ, ਸ਼ਾਰਟੇਜ ਆਫ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ। ਠੀਕ ਹੈ ਜੀ। ਹਰੇਕ ਉਦਯੋਗ ਨੂੰ ਸਮੇਂ ਸਿਰ ਧਨ ਦੀ ਲੋੜ ਪੈਂਦੀ ਹੈ। ਜੇਕਰ ਇਹ ਧਨ ਘੱਟ ਵਿਆਜ ਉੱਤੇ ਉਚਿਤ ਮਾਤਰਾ ਦੇ ਵਿੱਚ ਮਿਲ ਜਾਵੇ ਤਾਂ ਉਦਯੋਗ ਕਾਫੀ ਉੱਨਤੀ ਕਰ ਸਕਦੇ ਹਨ। ਠੀਕ ਹੈ ਜੀ। ਹੁਣ ਵਿੱਤ ਸੰਗਠਨ ਕੀ ਹੁੰਦੇ ਨੇ, ਯਾਨੀ ਕਿ ਜਿੱਥੋਂ ਦੀ ਲੋਕਾਂ ਨੂੰ ਕੀ ਮਿਲ ਸਕੇ, ਲੋਨ ਮਿਲ ਸਕੇ, ਉਧਾਰ ਮਿਲ ਸਕੇ। ਹੁਣ ਕੋਈ ਵੀ ਉਦਯੋਗਾਂ ਦੇ ਵਿੱਚ ਅਗਰ ਕੋਈ ਉਹ ਕਰਦੇ ਆ, ਰੈਨੋਵੇਸ਼ਨ ਕਰਦੇ ਆ, ਨਵੀਨੀਕਰਨ ਕਰਦੇ ਆ, ਜਾਂ ਫਿਰ ਉਹਨੂੰ ਸਥਾਪਿਤ ਕਰਦੇ ਆ, ਤਾਂ ਉਹਦੇ ਲਈ ਆਪਾਂ ਨੂੰ ਕੀ ਚਾਹੀਦਾ, ਸਾਖ ਚਾਹੀਦਾ, ਪੈਸਾ ਚਾਹੀਦਾ ਗਾ। ਤਾਂ ਪੈਸਾ ਜੇ ਮੰਨ ਲਓ ਆਪਾਂ ਕੋਲ ਨਹੀਂ ਹੈਗਾ ਤਾਂ ਆਪਾਂ ਨੂੰ ਉਧਾਰ ਲੈ ਸਕਦੇ ਆ। ਤਾਂ ਉਧਾਰ ਲੈਣ ਲਈ ਸੰਗਠਨਾਂ ਕੀ ਨੇ, ਸੰਗਠਨ ਘੱਟ ਨੇ, ਆਰਗੇਨਾਈਜੇਸ਼ਨ ਘੱਟ ਨੇ, ਫਾਈਨੈਂਸ਼ੀਅਲ ਆਰਗੇਨਾਈਜੇਸ਼ਨ। ਠੀਕ ਹੈ। ਅਗਰ ਜੇ ਉਹ ਘੱਟ ਵਿਆਜ ਦੇ ਉੱਤੇ ਉਹ ਦੇਣਗੇ, ਕਰਜ਼ੇ ਦੇਣਗੇ, ਤਾਂ ਕੀ ਹੋਊਗਾ, ਉਦਯੋਗਾਂ ਦੇ ਲਈ ਵੀ ਵਿਕਾਸਫੁਲ ਹੋਊਗਾ ਇਹ। ਅਗਰ ਜੇ ਮੰਨ ਲਓ ਆਪਾਂ ਨੂੰ ਲੰਬੇ ਸਮੇਂ ਦੇ ਲਈ ਚਾਹੀਦਾ ਔਰ ਵਿਆਜ ਜੋ ਹੈ ਜ਼ਿਆਦਾ ਲੈਂਦੇ ਨੇ, ਤਾਂ ਆਪਾਂ ਉਦਯੋਗਾਂ ਦੇ ਵਿਕਾਸ ਲਈ ਕੋਈ ਧਿਆਨ ਹੀ ਨਹੀਂ ਦੇ ਪਾਵਾਂਗੇ। ਠੀਕ ਹੈ ਜੀ। ਭਾਰਤ ਵਿੱਚ ਉਦਯੋਗਾਂ ਨੂੰ ਲੰਬੇ ਸਮੇਂ ਲਈ ਘੱਟ ਵਿਆਜ ਉੱਤੇ ਕਰਜ਼ੇ ਦੇਣ ਲਈ ਵਿੱਤ ਸੰਬੰਧੀ ਸੰਗਠਨਾਂ ਜਿਵੇਂ ਕਿ ਉਦਯੋਗਿਕ ਬੈਂਕਾਂ ਦੀ ਬਹੁਤ ਘਾਟ ਹੈ। ਉਦਯੋਗਿਕ ਬੈਂਕਾਂ ਜਿਹੜੇ ਉਦਯੋਗਾਂ ਦੇ ਵਿਕਾਸ ਲਈ ਕਰਜ਼ੇ ਦਿੰਦੇ ਨੇ। ਠੀਕ ਹੈ ਜੀ। ਆਜ਼ਾਦੀ ਤੋਂ ਪਹਿਲਾਂ ਤਾਂ ਕੋਈ ਉਦਯੋਗਿਕ ਬੈਂਕ ਹੀ ਨਹੀਂ ਸੀ। ਆਜ਼ਾਦੀ ਤੋਂ ਪਹਿਲਾਂ ਤਾਂ ਕੋਈ ਇੰਡਸਟਰੀ ਬੈਂਕ ਵੀ ਨਹੀਂ ਸੀ। ਜੇ ਇੰਡਸਟਰੀ ਹੀ ਨਹੀਂ ਸੀਗੀ ਤਾਂ ਬੈਂਕ ਕੀ ਹੋਊਗਾ। ਠੀਕ ਹੈ ਜੀ। ਹੁਣ ਕੁਝ ਵਿੱਤੀ ਸੰਗਠਨ ਸਥਾਪਿਤ ਕੀਤੇ ਗਏ ਹਨ। ਹੁਣ ਕੁਝ ਹੱਦ ਤੱਕ ਜਿਹੜੇ ਨੇ ਇਹ ਅਜਿਹੇ ਫਾਈਨੈਂਸ਼ੀਅਲ ਆਰਗੇਨਾਈਜ਼ ਕੀਤੇ ਗਏ ਨੇ, ਸਥਾਪਿਤ ਕੀਤੇ ਗਏ ਨੇ, ਪਰ ਇਹ ਵੀ ਉਦਯੋਗਾਂ ਦੇ ਵੀ ਲੋੜਾਂ ਨੂੰ ਪੂਰਾ ਨਹੀਂ ਕਰ ਪਾਉਂਦੇ। ਜ਼ਿਆਦਾ ਇਹ ਕੀ ਕਰਦੇ ਨੇ, ਇੰਟਰਸਟ ਲੈਂਦੇ ਨੇ ਜਾਂ ਫਿਰ ਕਰਜ਼ੇ ਲੈਣ ਦੇ ਵਿੱਚ ਜ਼ਿਆਦਾ ਉਹ ਕਰਦੇ ਨੇ, ਭਾਗਾ ਦੌੜੀ ਕਰਨੀ ਪੈਂਦੀ ਹੈ। ਠੀਕ ਹੈ ਜੀ। ਨੈਕਸਟ ਕੀ ਹੈ, ਯੋਜਨਾ ਰਹਿਤ ਵਿਕਾਸ। ਠੀਕ ਹੈ ਜੀ। ਅਨਪਲੈਨਡ ਡਿਵੈਲਪਮੈਂਟ, ਯੋਜਨਾ ਰਹਿਤ ਵਿਕਾਸ। ਆਪਾਂ ਸੋਚਦੇ ਹਾਂ ਕਿ ਕੋਈ ਪਲਾਨ ਨਾ ਬਣਾਉਣਾ ਪਵੇ, ਬਸ ਆਰਾਮ ਨਾਲ ਆਪਾਂ ਫੈਕਟਰੀ ਲਗਾ ਲਈ ਹੈ, ਬਸ ਪ੍ਰੋਡਕਸ਼ਨ ਕਰਦੀ ਹੈ, ਬਸ ਮਾਲ ਵਿਕੀ ਜਾਵੇ, ਬਸ ਇਹਦੇ ਨਾਲ ਸੋਚਦੇ ਹਾਂ ਕਿ ਚਲੋ ਜੀ ਬਸ ਆਪਣਾ ਕੀ ਹੋਵੇ, ਲਾਭ ਹੋਣਾ ਸ਼ੁਰੂ ਹੋ ਜਾਊਗਾ। ਨਹੀਂ, ਆਪਾਂ ਇੰਡਸਟਰੀ ਲਗਾਉਂਦੇ ਹਾਂ ਤਾਂ ਉਹਦੇ ਲਈ ਬਹੁਤ ਹੀ ਜ਼ਿਆਦਾ ਆਪਣੀ ਇੱਕ ਪਲਾਨ ਦੀ ਜ਼ਰੂਰਤ ਹੁੰਦੀ ਹੈ ਕਿ ਕਿਸ ਤਰ੍ਹਾਂ ਪ੍ਰੋਡਕਸ਼ਨ ਨੂੰ ਕਰਨਾ, ਕਿਸ ਤਰ੍ਹਾਂ ਆਪਣੇ ਮਾਲ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਗਾ। ਠੀਕ ਹੈ ਜੀ। ਕਿਸ ਤਰ੍ਹਾਂ ਆਪਣੇ ਮਾਲ ਨੂੰ ਕੀ ਕਰਨਾ ਹੈ, ਦੂਰ ਦੁਰਾਡੇ ਦੇਸ਼ ਦੇ ਵਿੱਚ ਭੇਜਣਾ ਆ, ਤਾਂ ਜੋ ਦੂਸਰੇ ਦੇਸ਼ਾਂ ਦੇ ਵਿੱਚ ਆਪਣਾ ਮਾਲ ਜਾਊਗਾ ਤਾਂ ਆਪਣੇ ਇੱਥੋਂ ਲੋਕਾਂ ਨੂੰ ਕੰਮ ਮਿਲੂਗਾ ਔਰ ਸਾਡਾ ਵਿਕਾਸ ਹੋਊਗਾ। ਠੀਕ ਹੈ ਜੀ। ਤਾਂ ਅਨਪਲੈਨਡ ਕੀ ਆ, ਵਿਕਾਸ। ਆਪਾਂ ਵਿਕਾਸ ਦੀ ਉਹ ਕਰਦੇ ਹਾਂ,
ਮੰਗ ਕਰਦੇ ਆ। ਠੀਕ ਹੈ ਜੀ, ਭਾਰਤ ਵਿੱਚ ਉਦਯੋਗਾਂ ਦੀ ਸਥਾਪਨਾ ਕਿਸੇ ਯੋਜਨਾਬੱਧ ਢੰਗ ਨਾਲ ਨਹੀਂ ਹੋਈ ਹੈ। ਦੇਸ਼ ਦੇ ਕੁਝ ਸ਼ਹਿਰ ਜਿਵੇਂ ਕਿ ਮੁੰਬਈ, ਕਲਕੱਤਾ, ਚੇਨਈ, ਅਹਿਮਦਾਬਾਦ, ਦਿੱਲੀ, ਬੰਗਲੌਰ ਆਦਿ ਵਿੱਚ ਜ਼ਿਆਦਾਤਰ ਉਦਯੋਗ ਸਥਾਪਿਤ ਹੋ ਗਏ ਹਨ, ਜਦੋਂ ਕਿ ਦੂਜੇ ਇਲਾਕੇ ਹੁਣ ਦੇਖੋ ਜਿਹੜੇ ਕਿ ਮਤਲਬ ਫੇਮਸ ਨਹੀਂ, ਯਾਨੀ ਕਿ ਜਿੱਥੇ ਲੋਕਾਂ ਨੂੰ ਲੱਗਦਾ ਕਿ ਇੱਥੇ ਸਾਨੂੰ ਲਗਾਉਣਾ ਚਾਹੀਦਾ ਇੰਡਸਟਰੀ, ਇੱਥੇ ਲਾਭ ਹੋਊਗਾ, ਉੱਥੇ ਤਾਂ ਇੰਡਸਟਰੀ ਲੱਗ ਗਈ। ਪਰ ਜਿਹੜੇ ਬਾਕੀ ਪਿਛੜੇ ਹੋਏ ਇਲਾਕੇ ਨੇ, ਪਿਛੜੇ ਹੋਏ ਰਾਜ ਨੇ, ਉੱਥੇ ਕੀ ਆ, ਉਦਯੋਗਾਂ ਦਾ ਵਿਕਾਸ ਇੰਨਾ ਜ਼ਿਆਦਾ ਨਹੀਂ ਹੋਇਆ, ਉਦਯੋਗ ਉੱਥੇ ਸਥਾਪਿਤ ਨਹੀਂ ਹੋਏ, ਜਿਸ ਕਰਕੇ ਹੁਣ ਦੇਖੋ ਮੁੰਬਈ ਤੋਂ ਜਿਹੜੇ ਦੇਸ਼ ਦੇ ਵਿੱਚ ਨਹੀਂ ਹੋਇਆ, ਜਿਵੇਂ ਯੂਪੀ ਦੇ ਵਿੱਚ ਨਹੀਂ ਹੋਇਆ, ਤੇ ਯੂਪੀ ਦੇ ਵਿੱਚ ਕੋਈ ਮੰਨ ਲਓ ਮੁੰਬਈ ਤੋਂ ਕੋਈ ਪ੍ਰੋਡਕਟ ਬਣਦਾ ਗਾ, ਤਾਂ ਮੁੰਬਈ ਤੋਂ ਉਹਨੂੰ ਆਪਣਾ ਯੂਪੀ ਦੇ ਵਿੱਚ ਸਮਾਨ ਭੇਜਣ ਦੇ ਲਈ ਕਿੰਨਾ ਖਰਚਾ ਕਰਨਾ ਪਊਗਾ। ਉਹੀ ਅਗਰ ਮੁੰਬਈ ਵਾਲਾ ਕੀ ਕਰੇ, ਯੂਪੀ ਦੇ ਵਿੱਚ ਵੀ ਆਪਣੀ ਇੰਡਸਟਰੀ ਖੋਲ੍ਹ ਦੇਵੇ, ਠੀਕ ਹੈ ਜੀ, ਤਾਂ ਇੱਥੋਂ ਦੇ ਲੋਕਾਂ ਨੂੰ ਵੀ ਕੰਮ ਮਿਲ ਜੂਗਾ, ਨਾਲੇ ਉਹਦਾ ਕੀ ਹੋਊਗਾ, ਕੰਮ ਚੱਲਣ ਲੱਗ ਜੂ ਪਊਗਾ। ਠੀਕ ਹੈ ਜੀ, ਤਾਂ ਕੀ ਆ, ਪਲੈਨਡ ਹੋਣੀ ਹੈਗੀ, ਇੱਕ ਜਗ੍ਹਾ ਹੀ ਇਕੱਠਾ ਕਰਕੇ ਰੱਖਤਾ ਇੰਡਸਟਰੀ ਨੂੰ। ਠੀਕ ਹੈ ਜੀ, ਜਦੋਂ ਖਿਡਾ ਕੇ ਰੱਖਣਗੇ, ਯਾਨੀ ਜਗ੍ਹਾ ਜਗ੍ਹਾ ਤੇ ਖੋਲਣਗੇ ਇੰਡਸਟਰੀ, ਤਾਂ ਸਾਰੇ ਦੇਸ਼ ਦਾ ਵਿਕਾਸ ਹੋਊਗਾ, ਸਰਵ ਪੱਖੀ ਵਿਕਾਸ ਹੋਊਗਾ। ਠੀਕ ਹੈ ਜੀ, ਆਵਾਜਾਈ ਤੇ ਸੰਚਾਰ ਦਾ ਘਾਟ ਹੈ। ਠੀਕ ਹੈ ਜੀ, ਇਨਫਰਾਸਟ੍ਰਕਚਰ ਦੀ ਕੀ ਆ, ਘਾਟ ਹੈ ਆਪਣੇ ਦੇਸ਼ ਦੇ ਵਿੱਚ। ਉਦਯੋਗਾਂ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਆਵਾਜਾਈ ਤੇ ਸੰਚਾਰ ਦੇ ਸਾਧਨ ਕਾਫੀ ਜ਼ਿਆਦਾ ਵਿਕਸਿਤ ਹੋਣ, ਜਿਸ ਨਾਲ ਘੱਟ ਕੱਚਾ ਮਾਲ ਕਾਰਖਾਨਿਆਂ ਵਿੱਚ ਤਿਆਰ ਮਾਲਖਾਨਿਆਂ ਤੋਂ ਹੁਣ ਦੇਖੋ ਕੀ ਕਹਿੰਦੇ ਨੇ ਕਿ ਅਗਰ ਜੇ ਟਰਾਂਸਪੋਰਟ ਅਤੇ ਸੰਚਾਰ ਵਧੀਆ ਤਰੀਕੇ ਨਾਲ ਵਿਕਸਿਤ ਹੋਣਗੇ ਤਾਂ ਜੋ ਕੱਚਾ ਮਾਲ ਹੈ ਉਹ ਕਿੱਥੇ ਪਹੁੰਚਾਇਆ ਜਾ ਸਕੇਗਾ, ਆਸਾਨੀ ਨਾਲ ਕਾਰਖਾਨਿਆਂ ਤੱਕ। ਔਰ ਜਿਹੜਾ ਕਾਰਖਾਨਿਆਂ ਦੇ ਵਿੱਚ ਸਮਾਨ ਬਣਦਾ ਗਾ, ਮਾਲ ਬਣਦਾ ਗਾ, ਉਹਨੂੰ ਕਿੱਥੇ ਪਹੁੰਚਾਇਆ ਜਾ ਸਕੇ, ਮੰਡੀਆਂ ਦੇ ਵਿੱਚ ਆਸਾਨੀ ਨਾਲ ਪਹੁੰਚਾਇਆ ਜਾ ਸਕੇ। ਇਸ ਲਈ ਕਹਿੰਦੇ ਨੇ ਕਿ ਭਾਰਤ ਵਿੱਚ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਬਹੁਤ ਹੀ ਘੱਟ ਵਿਕਾਸ ਹੋਇਆਗਾ, ਤਾਂ ਹੀ ਕਰਕੇ ਕੀ ਹੈ, ਇੰਡਸਟਰੀ ਦਾ ਵੀ ਵਿਕਾਸ ਨਹੀਂ ਹੋਇਆਗਾ। ਟੈਲੀਫੋਨ, ਤਾਰ, ਡਾਕ ਆਦਿ ਵੀ 1991 ਤੋਂ ਪਹਿਲਾਂ ਕੋਈ ਤਸੱਲੀ ਬਖਸ਼ ਵਿਕਾਸ ਨਹੀਂ ਹੋ ਸਕਿਆ। ਵਿਦੇਸ਼ੀ ਵਪਾਰ ਲਈ ਸਾਨੂੰ ਵਿਦੇਸ਼ੀ ਜਹਾਜ਼ਾਂ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਵਿਦੇਸ਼ੀ ਵਪਾਰ ਦੇ ਲਈ ਵਿਦੇਸ਼ੀ ਜਹਾਜ਼ਾਂ ਤੇ ਨਿਰਭਰ ਰਹਿਣਾ ਪੈਂਦਾ ਗਾ, ਯਾਨੀ ਕੋਈ ਐਸਾ ਟਰਾਂਸਪੋਰਟ ਸਸਤਾ ਹੈ ਨਹੀਂ ਜਿਹਦੇ ਦੁਆਰਾ ਆਪਾਂ ਕੀ ਕਰ ਸਕੀਏ, ਵਿਦੇਸ਼ਾਂ ਤੋਂ ਵਪਾਰ ਕਰ ਸਕੀਏ, ਵਿਦੇਸ਼ਾਂ ਤੋਂ ਕੋਈ ਸਮਾਨ ਮੰਗਵਾ ਸਕੀਏ ਔਰ ਵਿਦੇਸ਼ਾਂ ਦੇ ਵਿੱਚ ਕੋਈ ਸਮਾਨ ਭੇਜ ਸਕੀਏ। ਉਹਦੇ ਲਈ ਆਪਾਂ ਨੂੰ ਕੀ ਆ, ਹਵਾਈ ਜਹਾਜ਼ ਦਾ ਖਰਚਾ ਚੁੱਕਣਾ ਪੈਂਦਾ, ਜੋ ਕਿ ਬਹੁਤ ਹੀ ਜ਼ਿਆਦਾ ਮਹਿੰਗਾ ਪੈ ਜਾਂਦਾ ਟਰਾਂਸਪੋਰਟ ਦੇ ਲਈ। ਠੀਕ ਹੈ ਜੀ, अपना 11th पॉइंट की है, सरकार दखल अंदाजी, सरकारी दखल अंदाजी। हुण की है, सरकारी दखल अंदाजी, गवर्नमेंट इंटरफेरेंस। सन 1991 तो पहला ਉਦਯੋਗਾਂ ਉੱਤੇ ਕਈ ਪ੍ਰਕਾਰ ਦੇ ਸਰਕਾਰੀ ਪ੍ਰਬੰਧੀ ਸਨ। 1991 ਤੋਂ ਪਹਿਲਾਂ ਜਿਹੜੇ ਇੰਡਸਟਰੀ ਦੇ ਉੱਤੇ ਕਈ ਪ੍ਰਕਾਰ ਦੀਆਂ ਉਹ ਸੀਗੀਆਂ ਇੰਟਰਫੇਰੈਂਸ ਸੀਗੀ, ਕਈ ਤਰ੍ਹਾਂ ਦੇ ਪਾਬੰਦ ਲਗਾਏ ਜਾਂਦੇ ਸੀ ਸਰਕਾਰ ਦੁਆਰਾ, ਜਿਵੇਂ ਕਿ सिर्फ सरकार ही उद्योग खोल सकती है, या फिर सरकार तो परमिशन लैनी पऊगी अगर जो कोई इंडस्ट्री स्थापित करना चाहुंदे हो। और कई अजिहे उद्योग ने जिन्होंने सरकार जिहड़ी है दूसरे उद्योग नहीं लगा सकते, अगर लगाना पऊगा तो उन्होंने की करना पऊगा, सरकार की प्रवानगी लैनी पऊगी। ठीक है जी, हुण की कर दिता गा, निजीकरण कर दिता उद्योगों का, भी कोई भी उद्योग आसानी नाल कोई भी लगा सकता गा। ठीक है जी, ग्लोबलाइजेशन करता, तुसी की कर सकते हो, अपने दूसरे देश नाल की कर सकते हो, व्यापार कर सकते हो आसानी नाल। ठीक है जी, लिबराइजेशन करता, भी तुसी की कर सकते हो कि कोई भी उद्योग नूं बिना किसी रोक टोक तो तुसी कित्थे भी स्थापित कर सकते हो। बस ये याद रखना, ये ध्यान रखना पऊगा तुहानूं कि तुसी जिहड़ा इंडस्ट्री स्थापित करना चाह रहे हो उहदे नाल ज़्यादा की होवे, पोल्यूशन ना होवे। ठीक है जी, यानी काफ़ी हद तक की कर दी, छूट देती सरकार ने। ठीक है जी, कई उद्योगों नूं निजी खेतर विच स्थापित ही नहीं किया जा सकता सी। पहला की सीगा, कई उद्योग तो अजिहे सीगे जिन्हां नूं निजी खेतर दे विच कोई भी स्थापित नहीं कर सकता सीगा। वड्डे वड्डे उद्योगां दे विस्तार उपर कई प्रकार दे, हुण जो बड़े बड़े लार्ज इंडस्ट्री सीगे उहदे उत्ते कई प्रकार दी रुकावट सीगी। उद्योगां ਦੀ ਸਥਾਪਨਾ ਲਈ ਸਰਕਾਰ ਤੋਂ ਮਨਜ਼ੂਰੀ ਲੈਣ ਦੇ ਲਈ ਕਾਫੀ ਸਮਾਂ ਲੱਗ ਜਾਂਦਾ ਸੀ, ਇਸ ਲਈ ਸਰਕਾਰੀ ਦਖਲਅੰਦਾਜ਼ੀ ਕਾਰਨ ਵੀ ਉਦਯੋਗਾਂ ਦਾ ਵਿਕਾਸ ਨਹੀਂ ਹੋ ਪਾਇਆ, ਧੀਮਾ ਹੋਇਆ। ਪਰੰਤੂ ਹੁਣ ਨਵੀਂ ਉਦਾਰਵਾਦੀ ਉਦਯੋਗਿਕ ਨੀਤੀ ਦੇ ਕਾਰਨ ਹੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ। ਪਰ ਹੁਣ ਇਹ ਕੀ ਆ, ਕਾਫੀ ਹੱਦ ਤੱਕ ਸੋਲਵ ਹੋ ਗਈ ਆ ਸਰਕਾਰ ਦਾ ਗਲੋਬਲਾਈਜੇਸ਼ਨ, ਲਿਬਰਾਈਜੇਸ਼ਨ ਅਤੇ ਪ੍ਰਾਈਵੇਟਾਈਜੇਸ਼ਨ ਕਰਨ ਦੇ ਨਾਲ। ਠੀਕ ਹੈ ਜੀ, ਇੱਥੇ ਆਪਣਾ ਟੌਪਿਕ ਖਤਮ ਹੁੰਦਾ ਗਾ ਕਿ ਕਾਜ਼ ਆਫ ਸਲੋ ਪ੍ਰੋਗਰੈਸ ਆਫ ਇੰਡਸਟਰੀਅਲ ਡਿਵੈਲਪਮੈਂਟ ਆਫ ਦੀ ਕੰਟਰੀ। ਠੀਕ ਹੈ ਜੀ, ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਨੂੰ ਕਵਰ ਕਰਾਂਗੇ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਕੁਐਸਚਨ ਆਨਸਰ ਨੂੰ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।